ਕਾਲਮ ਵਾਲੇ ਜਿਹੜੇ ਹਨ ਉਹ 18 ਜੇ ਸੀਵਾਲ ਕੋਲ ਸੀਵਾਲ ਦੇ ਸਨ ਅਤੇ ਫਿਰ ਦੋਵੇਂ ਗੋਤਾਂ ਰਲ ਗਈਆਂ। ਅੱਧੋ ਅੱਧੀ ਕਰਨਾ ਸੀ ਪਿੰਡ ਜੀ। ਸਾਡੇ ਵੰਡੇ ਆ ਗਏ ਜੇ ਬਾਜੂਆਂ ਦੇ ਵੰਡੇ ਆ ਗਏ ਮੁਸਲਮਾਨ ਦੇ ਮੁਰੱਬੇ। ਅੱਛਾ ਜੀ। ਸਾਡੇ ਮੁਰੱਬੇ ਹੋ ਗਏ 21। ਅੱਛਾ ਜੀ। 21 ਮੁਰੱਬੇ। ਇੱਕ ਬਾੜ ਦੇ ਵਿੱਚ ਜਦੋਂ ਜੜ ਕੇ ਆਏ ਨੇ 100 ਬੱਚਾ ਜਿਹੜਾ ਕੱਟੇ ਜਾਨਵਰਾਂ ਦਾ ਉਹ ਜਦ ਜਨਮ ਨਹੀਂ ਲੱਗਦਾ ਸੀ ਕਿ ਹੁਣੇ ਹੀ ਇਹਨਾਂ ਨੇ ਜਨਮ ਲਿਆ। ਰਿੰਗਦੀਆਂ ਫਿਰਦੀਆਂ ਹਨ ਮਈਆਂ ਚੋਣ ਖਣੋ। ਇਹ ਸਾਡੇ ਕੋਲ ਆਏ, ਵੱਡਿਆਂ ਨਾਲ ਪਿਆਰ ਸੀ, ਉਹਨਾਂ ਦੁਆ ਕੀਤੀ, ਬਕਾਇਦਾ ਹੱਥ ਚੱਕ ਕੇ ਪੂਰੀ ਜਾਣਿਆਂ ਉਹਨਾਂ ਨੇ ਦੁਆ ਕੀਤੀ ਪਰਮਾਤਮਾ ਇਹਨਾਂ ਦਾ ਨੁਕਸਾਨ ਨਾ ਕਰੀ। ਕੋਈ ਨੁਕਸਾਨ ਨਹੀਂ ਹੋਇਆ। ਹਾਂਜੀ ਬਾਬੇ, ਚੱਕ ਕਿਹੜਾ ਦੱਸਿਆ ਤੁਸੀਂ? 321 ਸੀਓਵਾਲ। ਅੱਛਾ, ਮੈਂ ਨਾ ਇਹ ਪਹਿਲਾਂ ਵੀ ਬਜ਼ੁਰਗਾਂ ਨੂੰ ਮਿਲਿਆ ਸੀਓ ਵਾਲੀਆਂ ਨੂੰ। ਸੀਓ ਵਾਲੀਆਂ ਦੀ ਗੋਤ ਤਾਂ ਸੀਗੀ ਹੋਰ ਉੱਥੇ ਦੋ ਬਰਾਦਰੀਆਂ, ਇੱਕ ਬਾਜਵਿਆਂ ਦੀ ਤੇ ਇੱਕ ਕਾਲਮਾਂ ਦੀ ਸੀ। ਕਾਲਮਾਂ ਵਾਲੇ ਜਿਹੜੇ ਹਨ ਉਹ 18 ਜੇ ਸੀਵਾਲ ਕੋਲ ਸੀਵਾਲ ਦੇ ਸਨ ਅਤੇ ਫਿਰ ਦੋਵੇਂ ਗੋਤਾਂ ਰਲ ਗਈਆਂ। ਅੱਧੋ ਅੱਧੀ ਕਰਨਾ ਸੀ ਪਿੰਡ ਜੀ। ਸਾਡੇ ਵੰਡੇ ਆ ਗਏ ਜੇ ਬਾਜੂਆਂ ਦੇ ਵੰਡੇ ਆ ਗਏ ਮੁਸਲਮਾਨ ਦੇ ਮੁਰੱਬੇ। ਅੱਛਾ ਜੀ। ਸਾਡੇ ਮੁਰੱਬੇ ਹੋ ਗਏ 21। ਅੱਛਾ ਜੀ। 21 ਮੁਰੱਬੇ ਹੋ ਗਏ, ਵਿੱਚ ਮੁਸਲਮਾਨਾਂ ਦੇ ਪੈ ਗਏ ਅਤੇ ਵਿੱਚ ਬਾਜੂਆਂ ਦੇ ਪੈ ਗਏ ਜੀ। ਅਤੇ ਉੱਧਰ ਉਹਨਾਂ ਦੇ ਹੋ ਗਏ ਥੋੜ੍ਹੇ ਜਿਹੇ ਘੱਟ ਗਏ ਇੱਕ ਜੋ ਮੁਰੱਬਾ। ਅੱਛਾ। ਅਤੇ ਕਾਲੂਆਂ ਦੇ ਘੱਟ ਗਏ ਅਤੇ ਕਾਲਮਾਂ ਨੂੰ ਫਿਰ ਜਿਹੜਾ ਸੂਆ ਪੈਣਾ ਸੀ ਜਾਂ ਮੋਗਾ, ਉਹ ਛੋਟੇ ਸੂਏ ਤੋਂ ਨਿਕਲਿਆ ਅਤੇ ਜਿਹੜੇ ਸਨ 321 ਵਾਲੇ 21 ਪਿੰਡ, ਇਹ ਵੱਡੇ ਨਹਿਰ ਤੋਂ ਨਿਕਲੇ। ਅੱਛਾ। ਉੱਦਾਂ ਜਿਹੜੇ ਬਾਜਵੇ ਸੀ ਅਤੇ ਕਾਲੂ ਸੀ, ਹਾਂਜੀ, ਆਪਸ ਵਿੱਚ ਪਿਆਰ ਨਾਲ ਹੀ ਰਹਿੰਦੇ? ਆਪਣੇ ਜਾਣਿਆਂ ਮੁਸਲਮਾਨਾਂ ਨਾਲ ਪਿਆਰ ਸੀ। ਮੁਸਲਮਾਨ ਉੱਥੇ ਕਿੰਨੇ ਕੁ ਸੀਗੇ? ਮੁਸਲਮਾਨਾਂ ਦੇ ਮੁਰੱਬੇ ਸਨ ਉੱਥੇ ਕੋਈ 12, 8, 9 ਮੁਰੱਬੇ ਹਨ। ਮੁਸਲਮਾਨ ਵੀ ਜੱਟ ਸੀਗੇ? ਜੱਟ ਇੱਥੋਂ ਗਏ ਹਨ ਸਿਆਲਕੋਟ ਤੋਂ ਹੀ। ਅੱਛਾ, ਉਹ ਕਿਹੜੀ ਗੋਤ ਦੇ ਸੀ? ਉਹ ਕੋਈ ਰਾਈ ਸਨ। ਰਾਈ ਵੀ ਸੀ। ਅੱਛਾ। ਅਤੇ ਕੋਈ ਕਾਲੂ ਸਨ। ਕਾਲੂ ਸੀ। ਅੱਛਾ। ਠੀਕ ਹੈ। ਅਤੇ ਉਸ ਪਿੰਡ ਦੇ ਲੰਬੜਦਾਰ ਕਿੰਨੇ ਸੀਗੇ? ਲੰਬੜਦਾਰ ਉਸ ਪਿੰਡ ਦੇ 3। ਅੱਛਾ, ਨਾਂ ਯਾਦ ਤੁਹਾਨੂੰ? ਨਾਂ ਲੰਬੜਦਾਰਾਂ ਦਾ ਦੋਹਾਂ ਦਾ ਵੀ ਯਾਦ ਹੈ। ਹਾਂ, ਦੱਸਿਓ। ਇੱਕ ਦਾ ਨਾਂ ਹੈ ਬੁੱਢਾ ਸਿੰਘ ਜੀ, ਉਹ ਕਾਲੂ ਹੈ। ਠੀਕ ਹੈ ਜੀ। ਅਤੇ ਇੱਕ ਦਾ ਨਾਂ ਹੈ ਬਿਰਥਾ ਸਿੰਘ, ਉਹ ਬਾਜਵਾ। ਉਹ ਛੋਟਾ ਲੰਬੜਦਾਰ ਸੀ, ਵੱਡਾ ਜਿਹੜਾ ਉਹ ਕਾਲੂ ਹੁੰਦਾ। ਅਤੇ ਮੁਸਲਮਾਨਾਂ ਦਾ ਵੀ ਸੀ ਕੋਈ ਲੰਬੜਦਾਰ ਮੁਸਲਮਾਨ ਦਾ ਵੀ ਇੱਕ ਹੈਗਾ ਜੀ, ਉਹਦਾ ਨਾਂ ਭੁੱਲ ਗਿਆ। ਉਹਦਾ ਨਹੀਂ ਨਾਂ ਹੈ ਜੀ, ਤਾਂ ਖਿਆਲ ਹੈ। ਆਪਣਿਆਂ ਨੇ ਨਾਂ ਜਿੱਤੇ ਰੱਖ ਲਿਆ, ਆਪਣੇ ਦੇ ਨਾਂ ਆ ਗਏ ਨਾ। ਠੀਕ ਹੈ। ਅੱਛਾ, ਕੋਈ ਖਾਸ ਬੰਦਿਆਂ ਦੇ ਨਾਂ ਦੱਸੋ, ਕੋਈ ਪਹਿਲਵਾਨ ਹੋਵੇ ਪਿੰਡ ਦਾ? ਪਹਿਲਵਾਨ ਨਹੀਂ, ਇਹ ਪਹਿਲਵਾਨ ਤੇ ਏਡੇ ਮਸ਼ਹੂਰ ਨਹੀਂ ਹੋਏ ਜੀ। ਫੌਜ 'ਚ ਮਸ਼ਹੂਰ ਹੋ ਗਏ। ਹਾਂ, ਤੁਹਾਡੇ ਪਿੰਡ ਦੇ ਸਾਡੇ ਸਕਿਆਂ 'ਚੋਂ ਸਕੇ ਚਾਚੇ ਮਸ਼ਹੂਰ ਹੋ। ਉਹ ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਕਰਤਾਰ ਸਿੰਘ ਸੀ, ਇੱਕ ਦਾ ਨਾਂ ਮੱਖਰ ਸਿੰਘ ਸੀ। ਮੱਖਰ ਸਿੰਘ ਜਿਹੜਾ ਸੀ ਉਹ ਤੇ ਦੁਨੀਆ ਦਾ ਪਲੇਅਰ ਸੀ। ਅੱਛਾ, ਵਾਹ ਜੀ ਵਾਹ। ਦੁਨੀਆ ਜਿਹੜੀ ਸੀ ਸਾਰੀ ਉਹਦਾ ਦਾਣੀਆਂ ਤਕਮਾ ਸੀ ਉਹਦੇ ਕੋਲ। ਕੀ ਨਾਂ, ਮਤਲਬ ਕੀ ਖੇਡਦੇ ਕੀ ਸੀ ਉਹ? ਹਾਕੀ? ਉਹ ਖੇਡਦੇ ਹਨ, ਇੱਕ ਹੈਂਬਰ, ਇੱਕ ਡਿਸਕਸ। ਬੱਲੇ ਰਿਕਾਰਡ ਸੀ ਉਹਨਾਂ ਦਾ। ਅੱਛਾ, ਤੁਹਾਡੇ ਸਕੇ ਚਾਚੇ ਸੀ? ਸਕੇ ਚਾਚੇ ਸਨ, ਹੌਲਦਾਰ ਮੇਜਰ ਮੱਖਰ ਸਿੰਘ। ਵਾਹ ਜੀ ਵਾਹ, ਇਹ ਤਾਂ ਬੜੀ ਮਾਣ ਵਾਲੀ ਗੱਲ ਹੈ। ਉਹ ਆਪਣਾ ਰਿਕਾਰਡ ਸਾਲ ਤੋਂ ਬਾਅਦ ਤੋੜਦੇ ਸਨ, ਕੋਈ ਫੁੱਟ 2 ਫੁੱਟ ਵੱਧ ਕੇ ਫਿਰ ਲਾ ਦਿੰਦੇ ਕਰ ਦਿੰਦੇ ਹਨ। ਮੰਨ ਗਏ ਸਿਆਲਕੋਟੀਆਂ ਨੂੰ। ਅਤੇ 3 ਕਿਲੋ ਦੂਜੀ 1 ਕਿਲੋ 60 ਕਿਲੋ ਉਹਨਾਂ ਦਾ ਵਜ਼ਨ ਸੀ। ਕਿੰਨਾ ਵਜ਼ਨ ਸੀ ਜੀ?
ਵਜਨ ਸੀ ਉਹਨਾਂ ਦਾ ਤਕਰੀਬਨ ਕੋਈ ਕੁਆਂਟਲ ਤੋਂ ਜ਼ਿਆਦਾ ਸੀ। ਅੱਛਾ ਅੱਛਾ ਅੱਛਾ, ਤੁਸੀਂ ਦੇਖਿਓ ਹੋਣੇ ਚੰਗੀ ਤਰ੍ਹਾਂ। ਮੈਂ ਚੰਗੀ ਤਰ੍ਹਾਂ ਮੈਨੂੰ ਭਰਤੀ ਕਰਾਇਆ, ਮੈਂ ਫੌਜੀ ਹਾਂ, ਮੈਂ ਵੀ, ਮੇਰਾ ਬੇਟਾ ਵੀ ਫੌਜੀ ਹੈ ਇੱਕ। ਵਾਹ ਜੀ ਵਾਹ। ਅਤੇ ਬਾਜਵਾ ਸਾਹਿਬ ਥੋੜ੍ਹਾ ਜਿਹਾ ਆਪਾਂ ਨਾ ਤੁਹਾਡੇ ਪੁਰਾਣੇ ਪਿੰਡ ਦੀਆਂ ਵੀ ਗੱਲਾਂ ਤੁਹਾਡੇ ਤੋਂ ਪੁੱਛ ਲਈਏ। ਹਾਂਜੀ। ਤੁਸੀਂ ਕੋਟਲੀ ਜਾਂਦੇ ਹੁੰਦੇ ਸੀ? ਨਾ ਕੋਹਲੀ ਜਨਮ ਹੋਇਆ ਇਹ ਨਹੀਂ ਪਤਾ, ਕੋਹਲੀ ਹੋਇਆ ਇਹ ਨਹੀਂ ਪਤਾ, ਲੈਲਪੁਰ ਬਾਰੇ ਹੋਇਆ। ਅੱਛਾ ਜੀ। ਅਤੇ ਜਿਹੜੇ ਹੋਸ਼ ਆ ਆਈ ਹੈ ਇਹ ਬਾਹਰ 'ਚ ਹੀ ਆਈ ਹੈ। ਇਹ ਬਾਹਰ 'ਚ ਆਈ? ਬਾਹਰ 'ਚ ਉੱਜੜ ਕੇ ਆ ਗਏ ਜੀ। ਪਿਛਲੇ ਪਿੰਡਾਂ 'ਚ, ਪਿਛਲੇ ਪਿੰਡ ਜਿਹੜੇ ਨੇ ਉਹਦਾ ਯਾਦ ਸਨ, ਵੱਡੇ ਗੱਲਾਂ ਕਰਦੇ ਰਹਿੰਦੇ ਹਨ ਜੀ। ਭਈ ਸਾਡਾ ਪਿੰਡ ਫਲਾਣਾ ਹੈ ਪਿਛਲਾ, ਜੀ। ਉਹ ਆਉਂਦੇ ਰਹਿੰਦੇ ਹਨ। ਅੱਛਾ ਅੱਛਾ, ਉਹ ਆਉਂਦੇ ਰਹਿੰਦੇ ਸੀ। ਹਾਂ। ਅੱਛਾ, ਜਿਹੜਾ ਤੁਹਾਡਾ ਚੱਕ ਸੀ ਉੱਥੇ, ਹਾਂਜੀ, ਉਹਦੇ ਆਸੇ ਪਾਸੇ ਕਿਹੜੇ ਕਿਹੜੇ ਚੱਕ ਲੱਗਦੇ ਸੀ ਹੋਰ? ਲਾਗੇ ਦੇਵੀਦਾਸਪੁਰਾ ਲੱਗਦਾ ਸੀ, ਨਵਾਂ ਸ਼ਹਿਰ ਰਾਮ ਨਵਾਂ ਪਿੰਡ ਲੱਗਦਾ ਸੀ, 18 ਚੱਕ ਲੱਗਦਾ ਸੀ। ਅੱਛਾ ਅੱਛਾ ਅੱਛਾ। ਅਤੇ 2-3 ਮੁਸਲਮਾਨਾਂ ਦੇ ਪਿੰਡ ਸਨ ਲਾਗੇ। ਕੀ ਨਾਂ ਸੀ ਉਹਨਾਂ ਦੇ? ਉਹਨਾਂ ਦਾ ਨਾਂ ਯਾਦ ਨਹੀਂ ਰਿਹਾ ਕੋਈ। ਠੀਕ ਹੈ। ਜਿਹੜੇ ਤੁਹਾਡੇ ਆਪਣੇ ਪਿੰਡ ਦੇ ਮੁਸਲਮਾਨ ਸੀਗੇ, ਹਾਂ, ਉਹਨਾਂ ਦਾ ਮਹੱਲਾ ਵੱਖਰਾ ਸੀ? ਮਹੱਲਾ ਵੱਖਰਾ ਹੁੰਦਾ, ਮਹੱਲਾ ਵੱਖਰਾ ਛੱਡ ਕੇ ਘਰ ਵੱਖਰੇ ਹੁੰਦੇ ਨੇ। ਜਾਣਿਆ ਬਾਹਰ ਦੇ ਵਿੱਚ ਇੱਦਾਂ ਤਕਸੀਮ ਕੀਤੀ ਸੀ ਅੰਗਰੇਜ਼ਾਂ ਨੇ, ਜਿਹੜਾ ਕਿਸੇ ਨਾਲ ਲੜ ਨਾ ਸਕੇ। ਅੱਛਾ। ਹਵੇਲੀਆਂ, ਘਰ, ਥਾਂ ਥਾਂ। ਅੰਗਰੇਜ਼ ਨੇ ਬੜਾ ਕੰਮ ਕੀਤਾ। ਅੰਗਰੇਜ਼ ਨੇ ਦੇਖੋ ਵਸਾਏ ਇਸ ਤਰ੍ਹਾਂ ਕਿ ਲੜ ਨਾ ਸਕਣ। ਨਾ। ਜਦੋਂ ਅੰਗਰੇਜ਼ ਗਏ ਤਾਂ ਗਏ ਇਸ ਤਰ੍ਹਾਂ ਕਿ ਲੜ ਮਰ ਜਾਣ। ਅੰਗਰੇਜ਼ ਨੇ ਵੰਡ ਪ੍ਰਣਾਲੀ ਰੁਕ ਨਹੀਂ ਸੀ ਆਉਂਦੀ, ਵੰਡ ਪ੍ਰਣਾਲੀ ਰੁਕ ਨਹੀਂ ਸੀ ਆਉਂਦੀ ਉਹਨਾਂ ਕੋਲ, ਕਿਉਂਕਿ ਮੁਸਲਮਾਨ ਵੀ ਜ਼ਹਿਰੀਲੇ ਸਨ, ਸਿੱਖ ਵੀ ਜ਼ਹਿਰੀਲੇ ਸਨ। ਇਹਨਾਂ ਨੂੰ ਸਿੱਟ ਕੀਤਾ ਉਹਨਾਂ ਨੇ। ਆਖਰੀ ਉਹ ਹੱਥ ਖੜੇ ਕਰਕੇ ਗਏ ਨੇ, 48 ਘੰਟੇ ਮੰਗੇ ਨੇ। 100 ਤੇ 1 ਸਾਲ ਰਾਜ ਕੀਤਾ ਜੀ। ਨਹਿਰਾਂ ਉਹਨਾਂ ਕੱਢੀਆਂ, ਲੈਣਾ ਉਹਨਾਂ ਕੱਢੀਆਂ, ਮੁਰੱਬੇ ਵੰਡੀ ਉਹਨਾਂ ਕੀਤੀ, ਸਾਰੀ ਦੁਨੀਆ ਨੂੰ ਛੱਟ ਕੀਤਾ ਉਹਨਾਂ ਨੇ, ਸ਼ਹਿਰ ਵੱਖੋ ਵੱਖਰੇ ਦਿੱਤੇ। ਅੰਗਰੇਜ਼ ਨੇ ਬਹੁਤ ਕੰਮ ਕੀਤਾ। ਅੰਗਰੇਜ਼ ਦੇ ਵਿਦਿਆ ਖਾਣ ਡਏ ਨੇ, ਇਹਨਾਂ ਨੇ ਤਾਂ ਕੁਝ ਨਹੀਂ ਕੀਤਾ। ਨਹੀਂ, ਨਾਲੇ ਕਿੰਨੇ ਅੰਗਰੇਜ਼ ਲੈ ਵੀ ਬਹੁਤ ਕੁਛ ਗਏ ਆ। ਲੈ ਤੇ ਫਿਰ ਜਿਹੜਾ ਬੰਦਾ ਕਮਾਈ ਕਰਦਾ ਉਹ ਕਮਾਈ ਦਿੰਦਾ ਥੋੜ੍ਹੇ। ਹੁਣ ਤੁਸੀਂ ਕਰਦੇ ਹੋ ਉੱਥੇ ਅਤੇ ਤੁਸੀਂ ਉਹਨਾਂ ਨੂੰ ਥੋੜ੍ਹੇ ਦਿੰਦੇ ਹੋ, ਇੱਧਰ ਕਰਦੇ ਹੋ। ਜਾਂ ਜਿਹੜਾ ਵੀ ਕੰਮ ਕਰਦਾ ਹੈ, ਕੋਈ ਵੀ ਕੰਮ ਕਰੇ, ਉਹ ਮਾਇਆ ਨਹੀਂ ਦਿੰਦਾ ਕਮਾਈ, ਉਹ ਮਿੱਠੀ ਬੁਨੀ ਵਾਲ ਲਏਗਾ। ਵਾਹ ਜੀ ਵਾਹ। ਜਾਂ ਦੱਸ ਦੇਗਾ ਮੇਰਾ ਇੰਨਾ ਖਰਚਾ। ਅੱਛਾ, ਇੱਕ ਗੱਲ ਦੱਸਿਓ ਕਿ ਜਿਹੜਾ ਤੁਹਾਡਾ ਉਹ ਚੱਕ ਸੀਗਾ, ਹਾਂਜੀ, ਉਹਦੇ ਵਿੱਚ ਕੋਈ ਸਕੂਲ ਵੀ ਸੀਗਾ? ਨਹੀਂ, ਸਕੂਲ ਨਹੀਂ ਸੀ। ਸਕੂਲ ਦੇਵੀਦਾਸਪੁਰ ਸੀ। ਅੱਛਾ, ਇਹ ਦੇਵੀਦਾਸਪੁਰ ਜਿਹੜਾ ਪਿੰਡ ਸੀ ਇਹ ਅੰਮ੍ਰਿਤਸਰ ਤੋਂ ਜਾ ਕੇ ਵਸਾਇਆ ਸੀ? ਨਹੀਂ, ਇਹ ਅੰਮ੍ਰਿਤਸਰ ਤੋਂ ਜਿਹੜੇ ਹਨ ਲੋਕ ਗਏ, ਉਹ ਕਮੋ, ਹਾਂ, ਉਹਨਾਂ ਦਾ ਪਿੰਡ ਸੀ। ਕਮੋ ਬਰਾਦਰੀ, ਉਹਨਾਂ ਦਾ ਪਿੰਡ ਸੀ। ਉਹਦੇ ਵਿੱਚ ਆਖਿਆ ਉਹਨਾਂ ਨੇ, ਬੜਾ ਵਧੀਆ ਸ਼ੇਰ ਇੱਕ ਗਾਇਆ ਉਹਨਾਂ ਨੇ। ਉਹਨਾਂ ਆਖਿਆ, ਜੱਟ ਸੰਦਾ ਸੰਸਾਰ ਕਬੀਲਾ ਗਾਲਣਾ, ਹਾਂ, ਅਤੇ ਕਮੋ ਅਤੇ ਕਬੀਲਾ ਪਾਲਣਾ। ਹਾਂ। ਉਹ ਇੱਦਾਂ ਉਹਨਾਂ ਨੇ ਥੋੜ੍ਹਾ ਜਿਹਾ ਪੈਲੀ ਬੀਜਣੀ ਹੈ ਅਤੇ ਉਹ ਝੁੰਮਦਰ ਕਰਨੀ। ਉੱਥੇ ਤੁਸੀਂ ਕਿਹੜੇ ਸਕੂਲ ਪੜ੍ਹਨ ਗਏ ਫਿਰ? ਉੱਥੇ ਕੋਈ ਵਿਹਲਾ ਬੱਚਾ ਪੜ੍ਹਦਾ ਸੀ, ਜਿਹਦੇ 5-6 ਬੱਚੇ ਨੇ, ਇੱਕ ਅੱਧਾ। ਅੱਛਾ। ਬਾਕੀ ਕੰਮ ਘਰ ਦਾ ਨਹੀਂ ਮੁੱਕਦਾ। ਤੁਸੀਂ ਖੇਤੀਬਾੜੀ ਕਰਨ ਲੱਗ ਪਏ ਸੀ? ਖੇਤੀਬਾੜੀ। ਅੱਛਾ, ਅਤੇ ਤੁਹਾਡਾ ਘਰ ਕਿੱਥੇ ਸੀ ਪਿੰਡ ਦੇ ਵਿੱਚ? ਕੋਈ ਯਾਦ ਆ? ਯਾਦ ਆ, ਕਿੱਧਰ ਸੀਗਾ? ਲਹਿੰਦੇ ਪਾਸੇ ਚੜ੍ਹਦਾ ਅਤੇ ਲਹਿੰਦਾ ਰਲਦਾ ਮਿਲਦਾ ਹੈ, ਇੱਦਾਂ ਪਿੰਡ ਸੀ। ਅੱਛਾ, ਅਤੇ ਤੁਹਾਡੇ ਘਰ ਦੇ ਵਿੱਚ ਕੋਈ ਦਰਖਤ ਸੀ? ਨਾ, ਦਰਖਤ ਬਹੁਤ ਘੱਟ, ਪਿੰਡ 'ਚ ਦਰਖਤ ਕੋਈ ਨਹੀਂ ਸੀ। ਗਰਮੀ ਬੜੀ ਹੁੰਦੀ ਹੋ ਉੱਥੇ? ਗਰਮੀ ਤਾਂ ਹੁੰਦੀ ਹੈ। ਅਤੇ ਤੁਸੀਂ ਫਿਰ ਹਲ ਵਾਹੁਣ ਲੱਗ ਪਏ ਸੀ ਉਦੋਂ? ਨਹੀਂ, ਮੈਂ 12 ਸਾਲ ਦਾ ਹਾਂ ਜਦੋਂ ਆਇਆ। ਤੁਸੀਂ 12 ਸਾਲ ਦੇ।
ਉਹਦਾ ਮਰੱਬੇ ਵੱਲ ਗੇੜਾ ਮਾਰ ਆਉਂਦੇ ਸੀ। ਉਹਦਾ ਜਿਹੜਾ ਘਰ ਦਾ ਕੰਮ ਬੜੇ ਹੁੰਦੇ ਨੇ, ਜ਼ਿਮੀਂਦਾਰ ਦਾ ਕੰਮ ਤੇ ਮੁੱਕਦਾ ਹੀ ਨਹੀਂ। ਮੁੱਕਦਾ ਨਹੀਂ। ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਜੀ? ਸੂਰਜ ਸਿੰਘ, ਸਰਦਾਰ ਸੂਰਜ ਸਿੰਘ। ਤੇ ਦਾਦਾ ਜੀ? ਦਾਦਾ ਅੰਬਰ ਸਿੰਘ। ਉਹ ਦਾਦਾ ਜੀ ਗਏ ਸੀ ਉੱਧਰ? ਦਾਦਾ ਜੀ ਗਏ ਸਨ, ਦਾਦੇ ਦਾ ਪਿਓ ਗਿਆ ਸੀ। ਅੱਛਾ 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 ਅੱਛਾ, ਬਹੁਤ ਪੁਰਾਣੀ ਗੱਲ ਹੈ। ਦਾਦੇ ਦਾ ਪਿਓ ਗਿਆ, ਫਿਰ ਦਾਦਾ ਵੀ ਕਾਫੀ ਉਮਰ ਦਾ ਹੋ ਗਈ, ਮੌਤ ਹੋ ਗਈ। ਉੱਥੇ ਹੋ ਗਏ ਸੀ? ਉੱਥੇ ਮੌਤ ਹੋ ਗਈ। ਤੇ ਤੁਸੀਂ ਆਏ, ਤੁਹਾਡੇ ਪਿਤਾ ਜੀ ਆਏ ਇੱਧਰ ਆਏ, ਸਾਡੇ ਪਿਤਾ ਆਏ। ਤੁਹਾਡੇ ਨਾਨਕੇ ਕਿੱਥੇ ਸੀ? ਨਾਨਕੇ ਇੱਧਰ ਕੋਨੇ ਵਾਲੇ ਜਿੱਥੇ ਉਹ ਮਾਝੇ 'ਚ ਪੈਂਦੇ ਜੀ, ਡਰਾਵੀ 'ਚ ਕਹਿੰਦੇ ਸੀ। ਕਿਹੜਾ ਪਿੰਡ ਸੀ? ਕੋਨੇ ਵਾਲਾ। ਕੋਨੇ ਵਾਲਾ, ਅੱਛਾ ਅੱਛਾ। ਇਹਦਾ ਮਤਲਬ ਤੁਹਾਡੇ ਉਦੋਂ ਮਾਝੇ ਦੇ ਵਿੱਚ ਇੱਧਰ ਰਿਸ਼ਤੇ ਹੁੰਦੇ ਸੀਗੇ? ਇੱਧਰ ਸਾਡੀ ਇੱਕ ਭੂਆ ਵਿਆਹੀ ਸੀ। ਕਿਹੜੇ ਪਿੰਡ? ਪਿੰਡ ਹੁਣ ਭੁੱਲ ਗਿਆ ਹੋਣਾ। ਨਹੀਂ, ਪਿੰਡ ਚਲੋ ਕੋਈ ਨਹੀਂ। ਤੇ ਤੁਹਾਡੇ ਮੁਸਲਮਾਨਾਂ ਦੇ ਵਿੱਚੋਂ ਕੁਝ ਨਾਂ ਯਾਦ ਹੈ ਤੁਹਾਨੂੰ? ਯਾਦ ਨੇ। ਉਹ ਵੀ ਦੱਸ ਦਿਓ। ਇੱਕ ਫਜ਼ਲ ਬਾਠ। ਬਾਠ ਉਹਨਾਂ ਦੀ ਅਲ ਬਾਠ ਸੀ। ਅੱਛਾ। ਤੇ ਇੱਕ ਫਰੀਦ ਬਾਠ, ਚੌਧਰੀ ਫਰੀਦ। ਬਸ ਇਹਨੇ ਕਿ ਨਾਂ ਯਾਦ ਨੇ। ਤੁਹਾਡੇ ਹਾਣੀ ਜਿਹੜੇ ਸੀ ਉਹਨਾਂ ਦੇ ਕੋਈ ਨਾਂ ਯਾਦ ਹੋਣ? ਹਾਣੀ ਜਿਹੜੇ ਨੇ ਉਹਨਾਂ ਦਾ ਨਾਂ ਨਹੀਂ ਇੰਨਾ ਯਾਦ। ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀ ਉਦੋਂ? ਉੱਥੇ ਤਾਂ ਬਸ ਕੋਈ ਨਹੀਂ ਖੇਡੀ ਆਪਾਂ ਨਹੀਂ ਖੇਡੇ ਕੋਈ ਵੀ। ਬਸ ਮਿਹਨਤ ਕੀਤੀ ਆ। ਮਿਹਨਤ ਕੀਤੀ। ਤੇ ਇਲਾਕੇ ਦੇ ਵਿੱਚ ਕੋਈ ਬਦਮਾਸ਼ ਮਸ਼ਹੂਰ ਸੀਗਾ? ਬਦਮਾਸ਼ ਪਿੰਡ 'ਚ ਹੈ ਹੀ ਨਹੀਂ ਕੋਈ। ਐਡਾ ਸ਼ਰੀਫ ਪਿੰਡ ਸੀ? ਪਿੰਡ ਉੱਧਰ ਬਦਮਾਸ਼ੀ ਕਰਨੀ ਨਹੀਂ ਦਿੰਦੇ ਅੰਗਰੇਜ਼। ਗੱਲ ਸਹੀ। ਬੜੀ ਸਖਤੀ ਸੀ ਉਹਨਾਂ ਦੀ। ਅੰਗਰੇਜ਼ ਜਿਹੜੇ ਸਖਤ ਬਹੁਤ ਨੇ, ਝੂਠ ਨੂੰ ਮਾੜਾ ਸਮਝਦੇ ਨੇ। ਝੂਠ ਤੇ ਝੂਠ ਮਾੜਾ ਸਮਝਦੇ ਨੇ। ਨਹੀਂ ਭਾਈ, ਤੁਸੀਂ ਦੱਸਿਓ, ਤੁਹਾਡੇ ਅਨੁਸਾਰ ਇਹ ਆ ਵੀ ਅੰਗਰੇਜ਼ ਚੰਗੇ ਸੀ ਨਾ? ਜੇ ਨਾ ਜਾਂਦੇ ਤਾਂ ਵਧੀਆ ਗੱਲ ਸੀ। ਨਾ, ਮਜਬੂਰ ਕਰਤਾ ਜਾਣ ਨੂੰ। ਛੱਡ ਕੇ ਗਏ, 48 ਘੰਟੇ ਮੰਗੇ ਉਹਨਾਂ ਨੇ। ਪਰ ਜਾਣ ਲੱਗਿਆ ਉਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ। ਐਡੀ ਵੱਡੀ ਹਿਜਰਤ ਹੋਣੀ ਸੀ। ਮਤਲਬ ਕਿ ਕੋਈ ਵੀ ਜਾਏ, ਆਪਾਂ ਇਹਨੂੰ ਕਰਦੇ ਰਹੀਏ ਤੇ ਆਨੇ ਵੀ ਬਾਅਦ 'ਚ ਖਰਾਬ ਹੋਏ। ਹਾਂ, ਆਹ ਗੱਲ ਵੱਡੀ। ਆਪਣੀ ਸੋਚ ਜਿਹੜੀ ਹੈ ਸਾਰਿਆਂ ਦੀ ਇਹ ਹੈ। ਤੇ ਅੰਗਰੇਜ਼ਾਂ ਦੀ ਸੋਚ ਤਾਂ ਵੀ ਤੁਸੀਂ ਕਹਿੰਦੇ ਵਧੀਆ ਸੀ, ਉਹਨਾਂ ਦੀ ਸੋਚ ਇਹ ਨਹੀਂ ਹੋਣੀ ਚਾਹੀਦੀ ਸੀ। ਵੀ ਇੱਦਾਂ ਨਾ ਵੀ ਜਦੋਂ ਕੋਈ ਜਾਣ ਲੱਗੇ, ਘਰੋਂ ਕੱਢਣ ਲੱਗੇ, ਘਰ ਛੱਡਣ ਲੱਗੇ ਤੇ ਘਰ ਬਰਬਾਦ ਕਰ ਦਿੰਦੇ। ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਘਰ ਬਰਬਾਦ ਹੋ ਚੱਲਾ ਤੇ ਜਾਣਾ ਪੈਣਾ ਤਾਂ ਅਨਾਉਂਸਮੈਂਟ ਹੋ ਗਈ। ਅੱਛਾ ਜੀ। ਅਨਾਉਂਸਮੈਂਟ ਹੋ ਗਈ ਤੇ ਹਿੰਦੁਸਤਾਨ ਬਣ ਗਿਆ, ਮੁਲਕ ਬਣ ਗਿਆ। ਹਿੰਦੁਸਤਾਨ ਵੰਡਿਆ ਗਿਆ। ਪਾਕਿਸਤਾਨ ਬਣ ਗਿਆ। ਪਾਕਿਸਤਾਨ ਦੇ ਵਿੱਚ ਆ ਗਏ ਤੇ ਇੱਧਰ ਪੰਜਾਬ ਵੱਖਰਾ ਬਣ ਗਿਆ। ਅੱਛਾ, ਤੁਹਾਡਾ ਬਾਰਾਲਾ ਪਿੰਡ ਵੀ ਪਾਕਿਸਤਾਨ 'ਚ ਆ ਗਿਆ, ਤੁਹਾਡਾ ਸਿਆਲਕੋਟ ਵਾਲਾ ਵੀ ਆ ਗਿਆ। ਦੋਵੇਂ ਜ਼ਿਲ੍ਹੇ ਆ ਗਏ। ਤੇ ਰਿਸ਼ਤੇਦਾਰਾਂ ਦੇ ਪਿੰਡ ਵੀ ਪਾਕਿਸਤਾਨ 'ਚ ਆ ਗਿਆ ਕਿ ਨਹੀਂ? ਰਿਸ਼ਤੇਦਾਰਾਂ ਦੇ ਕੋਈ ਜਿਹੜੇ ਮਾਝੇ ਸਨ, ਉਹ ਜਾਂ ਗੁਰਦਾਸਪੁਰ ਸਨ, ਇਹ ਨਹੀਂ ਆਏ। ਅੱਛਾ। ਨਾਨਕੇ ਨਹੀਂ ਆਏ, ਭੂਆ ਨਹੀਂ ਆਈਆਂ ਜੀ। ਤੇ ਫਿਰ ਤੁਸੀਂ ਆਪਣਾ ਚੱਕ ਕਿਵੇਂ ਛੱਡਿਆ? ਕੋਈ ਹਮਲਾ ਹੋਇਆ ਸੀ? ਹਮਲਾ ਛੱਡ ਕੇ ਕੀ, ਬੜਾ ਨੁਕਸਾਨ ਹੋਇਆ। ਉਹ ਪੂਰੀ ਕਹਾਣੀ ਸੁਣਾਓ, ਪੂਰੀ। ਗੱਡੀਆਂ ਹੁੰਦੀਆਂ ਨੇ ਰੇਲਾਂ ਜੀ। ਤੇ ਬੱਚੇ ਜਿਹੜੇ ਛੋਟੇ ਸਨ, ਬੱਚੇ ਜਿਹੜੇ ਸਾਲ ਤੋਂ ਜਿੰਨੇ ਥੱਲੇ ਸਨ, ਗੱਡੀ 'ਚ ਉਹ ਪਾਸੇ ਚੁੱਕ ਕੇ ਮਾਰਦੇ, ਬਾਹਾਂ ਫੜ ਕੇ ਹਲਾਰਾ ਮਾਰ ਕੇ, ਤੇ ਬੱਚਾ ਡਿੱਗਦਾ ਹੀ ਮਰ ਜਾਂਦਾ ਸੀ। ਜਿਹੜੀਆਂ ਲੜਕੀਆਂ ਸਨ, ਇਹ ਖਾਲਾਂ 'ਚ ਪਈਆਂ। ਤੁਸੀਂ ਦੇਖਿਆ ਇਹਨੇ ਅੱਖਾਂ ਨਾਲ? ਅੱਖਾਂ ਨਾਲ ਦੇਖਿਆ ਸਭ ਕੁਝ। ਤੁਸੀਂ ਪਿੰਡੋਂ ਉੱਠਣ ਤੋਂ ਲੈ ਕੇ ਗੱਲ ਸ਼ੁਰੂ ਕਰੋ ਜੀ। ਉੱਠੇ ਕਿਵੇਂ? ਉੱਠੇ ਇਸ ਕਰਕੇ ਹੀ ਵੀ ਹੁਣ ਮੁਲਕ ਬਣ ਗਿਆ। ਨਹੀਂ, ਕੋਈ ਹਮਲਾ ਹੋਇਆ ਜਾਂ ਆਪਣੇ ਆਪ ਹੀ ਸਲਾਹ ਕਰ ਲਈ? ਨਹੀਂ, ਆਪਣੇ ਆਪ ਹੀ ਸਲਾਹ ਕਰ ਲਈ। ਲੋਕੀ ਆ ਗਏ, ਅੱਗੋਂ ਆ ਗਏ। ਜਿੱਦਾਂ ਹੁਣ ਆਹ ਪਿੰਡ ਹੈ, ਜੇ ਅਗਲੇ ਪਿੰਡ ਆ ਜਾਣ। ਅੱਛਾ, ਤੁਹਾਡੇ ਪਿੰਡ ਆ ਗਏ? ਪਿੰਡ ਆ ਗਏ ਤੇ ਇਹਨਾਂ ਆਖਿਆ ਪੜੀਏ। ਬਹੁਤੀ ਦੁਨੀਆ ਇਕੱਠੀ ਹੋਈ, ਗੱਡੇ ਦੇ ਗੱਡਾ। ਬੜੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਰੋਟੀ ਮਿਲਦੀ ਸੀ।
ਰੋਟੀ ਖਾਣ ਨੂੰ ਜੇ ਰੋਟੀ ਪੱਕ ਗਈ ਹੈ ਤੇ ਜੇ ਇੱਕ ਅੱਧੀ ਆ ਗਈ ਹੈ ਚਲਦੀ ਇੱਥੇ ਤੱਕ, ਜੇ ਸਾਰੀ ਆ ਗਈ ਹੈ ਸਾਰੀ। ਕਈ ਲੋਕੀ ਮੁੰਡੇ ਜਿਹੜੇ ਸਨ, ਜਿਹੜੇ ਸ਼ੌਕੀਨ ਸਨ, ਉਹ ਰੋਟੀ ਖਾਣੋਂ ਘਰ ਵਾਪਸ ਚਲੇ ਗਏ ਤੇ ਉਹਨਾਂ ਨੂੰ ਜਾਂਦੇ ਮਾਰਤੇ। ਤੁਹਾਡੇ ਪਿੰਡ ਦਾ ਵੀ ਕੋਈ ਵਾਪਸ ਮੁੜਿਆ ਸੀ? ਸਾਡੇ ਪਿੰਡ ਦਾ ਇੱਕ ਸਾਡਾ ਭਰਾ ਹੀ ਲੱਗਦਾ ਸੀ ਸ਼ਰੀਕੇ ਚੋਂ, ਉਹ ਮਾਇਆ, ਉਹ ਨਹੀਂ ਉੱਥੋਂ ਘਰੋਂ ਤੁਰਿਆ। ਉਹਦਾ ਦਿਮਾਗ ਥੋੜ੍ਹਾ ਜਿਹਾ ਖਰਾਬ ਸੀ। ਕੀ ਨਾਂ ਕੀ ਸੀ ਉਹਦਾ? ਉਹਦਾ ਨਾਂ ਪੱਤੀ ਆਂਦੇ ਸਨ। ਉਹ ਕੀ ਕਹਿੰਦਾ ਮੈਂ ਜਾਣਾ ਹੀ ਨਹੀਂ? ਉਹਦਾ ਦਿਮਾਗ ਖਰਾਬ ਸੀ, ਉਹਦਾ ਮੈਂ ਨਹੀਂ ਜਾਣਾ। ਭਰਾਵਾਂ ਨੂੰ ਵੇਚ ਗਿਆ। ਕੋਈ ਵਿਆਹਿਆ ਸੀ ਉਹ? ਵਿਆਹ ਸੀ, ਬੱਚੇ ਉਹਦੀ ਔਰਤ ਸੀ, ਬੱਚੇ ਸੀ? ਬੱਚਾ ਨਹੀਂ। ਔਰਤ ਚਲ ਗਈ ਬਾਕੀਆਂ ਨਾਲ? ਨਹੀਂ, ਔਰਤ ਆ ਗਈ ਦਿਵਰਾਂ ਜਠਾਣਾ, ਉਹ ਇਕੱਲਾ ਰਹਿ ਗਿਆ? ਉਹ ਇਕੱਲਾ ਰਹਿ ਗਿਆ। ਉਹਨਾਂ ਨੇ ਮਗਰੋਂ ਥੋੜ੍ਹੇ ਦਿਨਾਂ ਤੋਂ ਬਾਅਦ ਖਬਰ ਆ ਗਈ ਤੇ ਮਾਰਤਾ। ਭਰਾ ਗਏ, ਫਿਰ ਰਾਤ ਨੂੰ ਤੁਰਨਾ ਤੇ ਦਿਨੇ ਲੁਕ ਰਹਿਣਾ। ਦਿਨਾਂ 'ਚ ਪਹੁੰਚ ਗਏ, ਪਹੁੰਚ ਕੇ ਵੇਖਿਆ ਲਾਸ਼ ਪਈ। ਅੱਛਾ। ਫਿਰ ਲਾਸ਼ ਨੂੰ ਉਹਨਾਂ ਨੇ ਕੀਤਾ ਪਈ ਚੁੱਕ ਚੱਕ ਕੇ ਨੇਰੇ ਪਏ ਤੇ ਮਿੱਟੀ ਮਾਰਤੀ ਉੱਤੇ। ਗਏ ਕਿੱਥੋਂ ਸੀ? ਕੈਂਪ 'ਚੋਂ ਗਏ? ਕੈਂਪ 'ਚੋਂ। ਕਿਹੜੇ ਕੈਂਪ? ਕਿੱਥੇ ਲੱਗਾ ਸੀ ਕੈਂਪ? ਲੱਗਾ ਸੀ ਦੂਜੇ ਜਿੱਧਰ ਨੂੰ ਆਉਂਦਿਆਂ ਘਰਾਂ ਵਾਲੇ ਤੋਂ ਪਰਾਂ। ਅੱਛਾ, ਅੱਛਾ। ਉਹ ਗਏ, ਉਹ ਉਹਨੂੰ ਲੈਣ ਗਏ ਹੋਣੇ ਆ? ਨਹੀਂ, ਲੈਣ ਨਹੀਂ ਗਏ, ਵੇਖਣ ਗਏ। ਵੇਖਣ ਗਏ ਕਿ ਵਾਕਈ ਤਾਂਤ ਹੋ ਗਿਆ ਜਾਂ ਜਾਨ ਜੂੰਦੇ। ਮਿੱਟੀ ਜੇ ਜਿਉਂਦਾ ਹੁੰਦਾ ਤੇ ਫੇਰ ਕਰਦੇ ਹੀ ਉਹਨਾਂ ਦੀ ਬੜੀ। ਤੇ ਭਰਾਵਾਂ ਦੇ ਕੀ ਨਾਂ ਸੀ ਜਿਹੜੇ ਗਏ ਸੀ? ਜਿਹੜੇ ਗਏ ਨੇ, ਇੱਕ ਦਾ ਨਾਂ ਪੱਤੀ ਆਂਦੇ ਸਨ। ਨਹੀਂ, ਪੱਤੀ ਤਾਂ ਮਾਰਿਆ ਗਿਆ ਨਾ ਜੀ? ਨਹੀਂ, ਪੱਤੀ, ਉਹਦਾ ਵੀ ਨਾਂ ਪੱਤੀ ਸੀ। ਅੱਛਾ। ਤੇ ਇੱਕ ਦਾ ਨਾਂ ਪੂਰਨ ਸੀ। ਪੂਰਨ। ਉਹ ਫਿਰ ਕਿੱਥੇ ਆ ਕੇ ਬੈਠੇ ਇੱਧਰ? ਉਹ ਅੱਜ ਸਮਝ ਲਾ ਮਰਬਾ ਜ਼ਮੀਨ ਦਾ ਹੀ ਰੁਲ ਗਿਆ। ਓਹੋ। ਉਹਦਾ ਪਤਾ ਹੀ ਨਹੀਂ, ਉਹਨਾਂ ਨੇ ਯਾਦ ਹੀ ਨਹੀਂ ਕੀਤਾ। ਜਿਹੜੀ ਜ਼ਮੀਨ ਆ ਗਈ ਤੇ ਜਲੰਧਰੋਂ ਜਾ ਕੇ ਕਢਾ ਲਈ, ਉਹ ਲਾਟ ਕਰਾ ਗਏ। ਜਿਨ੍ਹਾਂ ਨੂੰ ਨਹੀਂ ਯਾਦ ਕੀਤਾ ਉਹ ਰੁਲ ਗਏ। ਅੱਛਾ ਬਾਬਾ, ਜਦੋਂ ਤੁਸੀਂ ਕੈਂਪ 'ਚੋਂ ਇੱਧਰ ਨੂੰ ਤੁਰੇ ਆ, ਹਾਂ, ਫਿਰ ਤਾਂ ਕਾਫੀ ਪਿੰਡ ਇਕੱਠੇ ਹੋ ਗਏ ਹੋਣੇ ਉੱਥੇ? ਬੜੀ ਦੁਨੀਆ ਇੱਕ ਜਾਣਿਆ ਇੱਕ ਬਾਰ ਦੇ ਵਿੱਚ ਜਦੋਂ ਜੜ ਕੇ ਆਏ ਨੇ 100 ਬੱਚਾ ਜਿਹੜਾ ਕੱਟੇ ਜਾਨਵਰਾਂ ਦਾ, ਉਹ ਜਨਮ ਨਹੀਂ ਲੱਗਦਾ ਸੀ ਕਿ ਹੁਣੇ ਹੀ ਇਹਨਾਂ ਨੇ ਜਨਮ ਲਿਆ। ਅੜਿੰਗਦੀਆਂ ਫਿਰਦੀਆਂ ਹਨ ਮਈਆਂ ਚੋਣ ਖਣੋ। ਓਹੋ। ਦੁੱਧ ਚੋਣ ਅੜਿੰਗਦੀਆਂ ਹਨ ਅਤੇ ਜਿਹੜੀਆਂ ਆਉਂਦੀਆਂ ਹੀ ਉੱਥੇ ਇਕੱਠਿਆਂ ਹੁੰਦਿਆਂ ਹੀ ਘੋੜੀਆਂ ਦੇ ਰੱਸੇ ਲਾਤੇ। ਤੁਸੀਂ ਜਦੋਂ ਆਪਣਾ ਘਰ ਛੱਡਿਆ ਕੀ ਚੁੱਕਿਆ ਸੀ? ਬਸ ਉਦੋਂ ਤੇ ਸਾਰਾ ਸਮਾਨ ਜੋ ਹੈ ਸੀ ਘਰ 'ਚ ਚੁੱਕ ਲਿਆ, ਗੱਡੇ 'ਤੇ ਰੱਖ ਲਿਆ? ਗੱਡੇ 'ਤੇ ਰੱਖ ਲਿਆ ਅਤੇ ਆ ਗਏ ਆਪਣੇ ਮਰੱਬੇ 'ਚ। ਮਰੱਬਿਓਂ ਫਿਰ ਤੁਰੇ ਅਤੇ ਫਿਰ ਸੁੱਟਿਆ ਰਾਹ 'ਚ। ਰਾਹ 'ਚ ਸੁੱਟਣਾ ਪੈਂਦਾ ਸੀ? ਰਾਹ 'ਚ ਤਾਂ ਇੰਨਾ ਹੋ ਗਿਆ, ਐਲਾਨ ਕਰਤਾ ਉਹਨੇ ਵੀ ਗੱਡੇ ਖਾਲੀ ਕਰ ਦਿਓ। ਜਿਹੜਾ ਕਿਹਾ ਸੀ ਪਿੱਤਲ ਸੀ, ਇਹ ਤੇ ਰੁਲਦਾ ਫਿਰਦਾ ਸੀ। ਬਹੁਤ ਮੁਸ਼ਕਿਲ ਹੋਈ ਹੈ। ਅੱਛਾ ਉਹ ਬਈ, ਜਦੋਂ ਤੁਸੀਂ ਪਿੰਡ ਛੱਡਿਆ, ਹਾਂ, ਜਿਹੜੇ ਪਿੰਡ ਦੇ ਮੁਸਲਮਾਨ ਸੀ, ਫਰੀਦ ਬਾਠ ਹੋਣੀ ਜਾਂ ਹੋਰ, ਹਾਂ, ਇਹ ਤੁਹਾਨੂੰ ਮਿਲੇ? ਇਹ ਸਾਡੇ ਕੋਲ ਆਏ, ਵੱਡਿਆਂ ਨਾਲ ਪਿਆਰ ਸੀ, ਉਹਨਾਂ ਦੁਆ ਕੀਤੀ। ਬਕਾਇਦਾ ਹੱਥ ਚੱਕ ਕੇ ਪੂਰੀ ਜਾਣਿਆਂ ਉਹਨਾਂ ਨੇ ਦੁਆ ਕੀਤੀ, ਪਰਮਾਤਮਾ ਇਹਨਾਂ ਦਾ ਨੁਕਸਾਨ ਨਾ ਕਰੀ। ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਬੜੇ ਅਮਨ ਨਾਲ ਆਏ ਹਾਂ। ਬਾਬਾ ਜੀ, ਜਦੋਂ ਤੁਸੀਂ ਤੁਰਨ ਲੱਗੇ ਸੀ ਉਦੋਂ ਆਏ ਉਹ ਮੁਸਲਮਾਨ? ਉਦੋਂ ਉਹਨਾਂ ਨੂੰ ਪਤਾ ਲੱਗ ਗਿਆ। ਕਿੰਨੇ ਕੁ ਬੰਦੇ ਸੀ ਜਿਹੜੇ ਮਿਲਣ ਆਏ? 3-4 ਬੰਦੇ ਸਾਨੂੰ ਮਿਲਣ ਆਏ। ਉਹਨਾਂ ਨੇ ਬਕਾਇਦਾ ਦੁਆ ਕੀਤੀ ਹੈ, ਜਿੱਦਾਂ ਅਖੰਡ ਪਾਠ ਕਰਦੇ ਨੇ, ਪਾਠ ਕਰਦੇ ਨੇ, ਇੱਦਾਂ ਕੀਤਾ। ਦੁਆ ਕੀਤੀ ਕਿ ਇਹਨਾਂ ਨੂੰ ਰਸਤੇ ਦੇ ਵਿੱਚ ਕੋਈ ਨੁਕਸਾਨ, ਕੋਈ ਤਕਲੀਫ ਨਾ ਆਏ। ਨਹੀਂ ਆਈ। ਤੇ ਬਾਕੀ ਰੋਂਦੇ ਹੋਣੇ, ਉਦੋਂ ਦਾ ਦ੍ਰਿਸ਼ ਬੜਾ ਦਰਦਨਾਕ। ਰੋਣਾ ਤੇ ਆਈ ਸੀ।
ਫਿਰ ਕੈਂਪ ਦੇ ਵਿੱਚ ਰੋਜ਼ੀ ਆਪਣੀ ਰੋਟੀ ਵਗੈਰਾ ਮਿਲ ਜਾਂਦੀ ਸੀ? ਰੋਟੀ ਜਿਹੜੀ ਸੀ ਉਹ ਬਣਾਉਣੀ, ਜੇ ਟਾਈਮ ਮਿਲ ਗਿਆ ਜੀ। ਗੱਡੇ ਸੈੱਟ ਹੋ ਗਏ ਤੇ ਰੋਟੀ ਪੱਕ ਗਈ। ਬਾਲਣ ਲੱਭ ਕੇ ਲਿਆਉਣਾ, ਆਟਾ ਗੁੰਨਣਾ, ਚੁੱਲ੍ਹੇ ਚੱਲਾ ਕੋਈ ਨਹੀਂ ਸੀ, ਬੰਦਾ ਧਰਨੀਆਂ ਆਪਣੇ ਇੱਟਾਂ ਤੇ ਰੋਟੀ ਪਕਾ ਲੈਣੀ। ਤੇ ਬੜੀ ਤਕਲੀਫ ਸੀ। ਚੱਕੀਆਂ ਵੀ ਕਹਿੰਦੇ ਨਾਲ ਹੀ ਰੱਖੀਆਂ ਸੀ ਕਈਆਂ ਨੇ ਗੱਡਿਆਂ ਤੇ ਚੱਕੀਆਂ? ਚੱਕੀਆਂ ਚੁੱਕੀਆਂ ਕੋਈ ਨਹੀਂ ਸਨ। ਅੱਛਾ ਜੀ। ਸਿਰਫ ਦਾਣਾ ਪਾਣੀ ਜਿਹੜਾ ਸੀ, ਆਟਾ, ਉਹ ਉੱਥੋਂ ਧਰ ਲਿਆ। ਕਿਸੇ ਨੇ ਕੁਆਂਟਲ ਧਰ ਲਿਆ, ਕਿਸੇ ਨੇ ਅੱਧਾ ਕੁਆਂਟਲ, ਕਿਸੇ ਨੇ, ਜਿਹੜਾ ਗਰੀਬ ਹੈ ਬਿਲਕੁਲ ਹੀ, ਉਹਨਾਂ ਵਿਚਾਰਿਆਂ ਨੇ ਮੰਗ ਕੇ ਖਾ ਲੈਣੀ। ਉੱਥੋਂ ਫਿਰ ਕੈਂਪ 'ਚੋਂ ਤੁਰੇ, ਫਿਰ ਕਿੱਥੇ ਪਹੁੰਚੇ? ਫਿਰ ਆਏ ਉੱਥੋਂ ਚੱਲ ਕੇ 2-3 ਦਿਨ ਗੱਡੇ, ਟਾਈਮ ਲੱਗ ਜਾਣਾ। ਸਵੇਰੇ 8 ਵਜੇ ਚੱਲਣਾ ਅਤੇ 5 ਵਜੇ ਜੀ ਰੈਸਟ ਹੋ ਜਾਣੀ। 5 ਵਜੇ ਤੋਂ ਲੈ ਕੇ 8 ਵਜੇ ਤੱਕ ਰੋਟੀ ਰਾਟੀ ਰਾਤ ਨੂੰ ਪਕਾਉਣੀ, ਦਿਨੇ ਵੀ ਪਕਾਉਣੀ, ਅਤੇ ਗੱਡੇ 'ਤੇ ਸੌਂਦਾ ਮਾੜਾ ਮੋਟਾ। ਉੱਥੇ ਬੜੀ ਜ਼ਿੰਦਗੀ ਕੱਟੀ ਔਖੀ। 2 ਮਹੀਨੇ ਰਹੇ। ਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਰਾਹ ਦੇ ਵਿੱਚ? ਨਾ, ਸਾਡਾ ਨਹੀਂ ਹੋਇਆ। ਤੇ ਇੱਕ ਗੱਲ ਹੋਰ ਦੱਸਿਓ, ਇਹ ਸਿਆਲਕੋਟੀਏ ਬਹੁਤੇ ਰਹਿ ਵੀ ਗਏ ਉੱਧਰ, ਜੱਟ ਵੀ ਰਹਿ ਗਏ? ਨਾ, ਜੱਟ ਜਿਹੜੇ ਨੇ ਬਾਹਰ ਦੇ ਵਿੱਚ, ਮੈਂ ਆਪਣੀ ਅੱਖੀਂ, ਆਪਣੀ ਹੋਸ਼ ਵਿੱਚ ਬਿਲਕੁਲ ਨਹੀਂ ਕੋਈ ਰਿਹਾ। ਬਾਅਦ ਦੇ ਵਿੱਚ ਜਿਹੜੇ ਕੋਈ ਰਿਹਾ ਇੱਕ ਅੱਧਾ, ਉਹ ਮੁਸਲਮਾਨ ਹੋ ਗਿਆ। ਚਵਿੰਡੇ ਵਾਲੇ ਬਾਜਵੇ ਰਹਿ ਗਿਆ, ਇੱਕ ਫੈਮਿਲੀ ਰਹਿ ਗਈ ਸੀ ਉੱਧਰ, ਹੋਰ ਵੀ ਹੋਣਗੇ। ਉਹ ਜਿਹੜੇ ਲੋਕ ਰਹੇ ਨੇੜਿਓਂ ਹਨ, ਇਹ ਜਿਹੜੇ ਲੋਕ ਸਨ, ਇਹ ਬਾਹਰ ਤੋਂ ਨਹੀਂ ਆਏ। ਹਾਂਜੀ। ਇਹ ਸਿਆਲਕੋਟ ਦੇ ਵਿੱਚੋਂ ਰਹਿ ਗਏ ਕੋਈ ਘਰ। ਰਹਿ ਗਏ। ਤੁਹਾਡਾ ਕੋਈ ਰਿਸ਼ਤੇਦਾਰ ਰਹਿ ਗਿਆ? ਨਾ। ਤੇ ਜਿਹੜਾ ਪੁਰਾਣਾ ਪਿੰਡ ਤੁਹਾਡਾ ਕੋਟਲੀ ਆ, ਇੱਥੇ ਕਾਫੀ ਤਕੜੇ ਬੰਦੇ ਵੀ ਹੋਏ ਆ। ਕੋਟਲੀ ਬਾਜਵਿਆਂ ਦਾ ਜਿਹੜਾ ਪਿੰਡ ਸੀ, 4 ਪੱਤੀਆਂ ਪਿੰਡ ਸੀ, ਬੜਾ ਵੱਡਾ ਪਿੰਡ ਸੀ। ਅਤੇ ਇਹਦਾ ਦਰਿਆ ਦੇ ਕਰਕੇ ਹੀ ਬਾੜ ਮਿਲੀ। ਅੱਛਾ। ਦਰਿਆ ਦਾ ਕਰਕੇ ਜਿਹੜੀ ਵਿਆਹ ਚੱਲਦਾ ਦਰਿਆ, ਹਾਂਜੀ, ਤੰਗ ਆ ਗਏ ਲੋਕ। ਇਹ ਤੁਹਾਡਾ ਪਿੰਡ ਦਰਿਆ ਦੇ ਕੰਢੇ ਸੀਗਾ? ਦਰਿਆ ਦੇ ਕੰਢੇ ਸੀ, ਰਾਵੀ 'ਚ। ਉਹ ਖੋਰਾਂ ਲਾਉਂਦੀ ਹੋਣੀ ਆ? ਹਾਂ। ਜ਼ਮੀਨ ਜਮਾਨ ਖੁਰ ਗਈ ਹੋਊ? ਜ਼ਮੀਨ ਜਿਹੜੀ ਸੀ, ਫਸਲ ਬੀਜਿਆ ਬਰਬਾਦ ਹੋ ਜਾਏ। ਤੇ ਬਾਬਾ ਜੀ ਹੁਣ ਫਿਰ ਪੌਣੀ ਸਦੀ ਬਾਅਦ ਉਹ ਚੇਤੇ ਆਉਂਦਾ ਬਾਰ ਦਾ ਇਲਾਕਾ, ਮੌਜਾਂ ਉੱਥੇ ਦੀਆਂ? ਇਹ ਤੇ ਹੈ ਹੀ ਸੀ ਭਈ, ਧਰਮਪਾਲ ਉੱਥੇ ਸੀ, ਕੋਈ ਫਿਕਰ ਨਹੀਂ ਸੀ, ਕੋਈ ਫਾਇਦਾ ਨਹੀਂ ਸੀ। ਇੱਥੇ ਜ਼ਮੀਨਾਂ ਘੱਟ ਗਈਆਂ, ਸਭ ਕੁਝ ਘੱਟ ਗਿਆ। ਵਕਤ ਨਾਲ ਆਪਣਾ ਵਕਤ ਪਾਸ ਕਰਨ ਦੇ, ਕੋਈ ਕਿਸੇ ਮੁਲਕ 'ਚ ਗਿਆ, ਕੋਈ ਕਿਸੇ ਮੁਲਕ 'ਚ ਗਿਆ। ਆਪਣੀ ਇੱਕ ਹੋਂਦ ਨੂੰ ਗਏ ਆ। ਬਿਲਕੁਲ ਬਿਲਕੁਲ। ਤੇ ਬਾਹਰ ਦੀ ਸਾਰੀ ਜ਼ਮੀਨ ਮਿਲ ਗਈ ਇੱਧਰ? ਜ਼ਮੀਨ ਜਿਹੜੀ ਆ, ਜ਼ਮੀਨਾਂ ਕਈ ਰੋਕ ਦੀਆਂ ਮਿਲੀਆਂ। ਉੱਥੇ ਜ਼ਮੀਨ ਜਿਹੜੀ ਸੀ, ਇੱਕ ਰੁੱਖ ਦੀ ਜ਼ਮੀਨ ਸੀ। ਇੱਥੇ ਕੋਈ ਘਟ ਗਈ ਆ ਜ਼ਮੀਨ, ਬਹੁਤ ਘਟ ਗਈ ਵੀ ਆ, ਤੇ ਕਈ ਕਿਸਮਾਂ ਦੀ ਮਿਲੀ ਆ ਇੱਥੇ, ਤੇ ਕਈ ਕੁਝ ਹੋ ਗਿਆ। ਇੱਥੇ ਲੋਕਾਂ ਦਾ ਬੜਾ ਨੁਕਸਾਨ ਹੋਇਆ। ਲੋਕੀ ਕਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਤੁਸੀਂ ਤਾਂ ਬਹੁਤ ਬੰਦਿਆਂ ਨੂੰ ਮਿਲੇ ਹੋਣੇ ਆ ਜਿਹੜੇ 47 ਦੇ ਰੋਲ ਦੇ ਉੱਤੇ ਇੱਥੇ ਕਾਦੀਆਂ 'ਤੇ ਆਏ ਹੋਣਗੇ, ਤੁਹਾਡੇ ਸਾਹਮਣੇ ਵਿਚਾਰੇ ਪੁਰਾਣੀਆਂ ਮੌਜਾਂ ਨੂੰ ਯਾਦ ਕਰਦੇ ਹੋਣਗੇ, ਰੋਂਦੇ ਹੋਣਗੇ। ਕਰਦੇ ਨੇ ਲੋਕੀ, ਯਾਦ ਕਰਦੇ ਸਨ ਜਦੋਂ ਜ਼ਮੀਨਾਂ ਮਿਲੀਆਂ ਨੇ, ਘੱਟ ਮਿਲੀਆਂ। ਤੁਹਾਡੇ ਮੁਰੱਬੇ ਕਿੰਨੇ ਸੀ ਉੱਥੇ? ਉੱਥੇ ਇੱਕ ਮੁਰੱਬਾ ਸੀ। ਤੇ ਸਾਡੇ ਜਿਹੜੇ ਦਾਦੇ ਸਨ, 2 ਭਰਾ ਸਨ। ਜੀ ਜੀ। ਇੱਕ ਦਾ ਨਾਮ ਅੰਬਰਸਰ ਸੀ, ਇੱਕ ਦਾ ਗੱਡਾ ਸੀ। ਇਹਨਾਂ ਨੂੰ ਇੱਕ ਮੁਰੱਬਾ ਮਿਲਿਆ ਸੀ। ਅੱਛਾ ਅੱਛਾ। ਸਾਡੇ ਪੜਦਾਦੇ ਨੂੰ ਇੱਕ ਮੁਰੱਬਾ। ਅੱਛਾ। ਤੇ ਹੁਣ ਕਿੰਨੀ ਜ਼ਮੀਨ ਮਿਲੀ ਫਿਰ ਇੱਧਰ ਆ ਕੇ? 25 ਇੱਧਰ ਆ ਕੇ ਜ਼ਮੀਨ ਮਿਲੀ, ਇੱਥੇ ਆਣ ਕੇ ਸਿਰਫ 20 ਕਿੱਲੇ। 20 ਕਿੱਲੇ। ਉੱਥੇ 25 ਕਿੱਲੇ ਦਾ ਮੁਰੱਬਾ ਸੀ। ਹਾਂਜੀ।
ਤੇ ਆ ਜਿਹੜਾ ਪਿੰਡ ਤੁਸੀਂ ਤੁਹਾਨੂੰ ਮਿਲਿਆ, ਹਾਂ। ਇਹ ਪਿੰਡ ਸਾਰਾ ਹੀ ਮੁਸਲਮਾਨਾਂ ਦਾ ਸੀ? ਇਹ ਬਿਲਕੁਲ ਮੁਸਲਮਾਨ ਦਾ ਪਿੰਡ ਸੀ। ਜੱਦੀ ਕੋਈ ਈਸਾਈ ਵੀ ਨਹੀਂ ਸੀ ਇੱਥੇ? ਇੱਥੇ ਕੋਈ ਜੀ ਨਹੀਂ ਸੀ। ਤੇ ਮਸੀਤਾਂ ਸੀਗੀਆਂ 2, ਹੈ ਨਾ ਜੀ? ਮਸੀਤਾਂ ਵੀ ਸਨ, ਉਹਦਾ ਦੂਜੇ ਬੰਦੇ ਦੂਜੇ ਹੈਗੇ, ਦੂਜੇ ਆਪਣੇ ਜਗ੍ਹਾ ਜੁਗਾ ਜਿਹੜੇ ਦੂਜੇ ਪੀਰਾਂ ਦੀਆਂ ਹੁੰਦੀਆਂ, ਹਾਂ। ਉਹ ਵੀ ਸੀਗੀਆਂ। ਤੇ ਘਰ ਪੱਕੇ ਸੀ ਇੱਥੇ? ਘਰ ਪੱਕੇ ਵੀ ਸਨ, ਕੱਚੇ ਵੀ ਨਹੀਂ। ਕਦੀ ਪਤਾ ਲੱਗਾ ਇੱਥੇ ਕੌਣ ਰਹਿੰਦੇ ਸੀ? ਕੋਈ ਆਇਆ ਮਿਲਣ, ਕਦੀ ਦੇਖਣ ਆਇਆ ਪਿੰਡ ਨੂੰ? ਇੱਥੇ ਆਪਣੇ ਇਹ ਆਉਂਦੇ ਨੇ ਮੁਸਲਮਾਨ, ਉਹਨਾਂ ਦੇ ਪਿੰਡ ਸਨ। ਠੀਕ ਹੈ। ਹੁਣ ਇੱਥੇ ਕਿਹੜੇ ਕਿਹੜੇ ਪਿੰਡ ਦੇ ਬੰਦੇ ਬੈਠੇ ਆ? ਇੱਥੇ ਬੈਠੇ ਨੇ, ਅਸੀਂ ਤੇ ਬਾਜਵੇ ਬੈਠੇ ਆ। ਤੁਸੀਂ ਤਾਂ ਕੋਟਲੀ ਵਾਲੇ ਬਾਜਵੇ ਹੋ ਗਏ। ਬਾਹਰ ਕੁਝ ਜੇ ਕਾਰਮਾ ਪਿੰਡ ਇੱਥੇ ਲਾਗੇ, ਉਹਦੇ ਪਿੰਡ ਦਾ ਬੰਦ ਇੱਕ ਘਰ ਹੈ। ਅੱਛਾ ਜੀ। ਇੱਕ ਘਰ ਦੂਜਾ ਭੁੱਲਰਾਂ ਦਾ, ਭੁੱਲਰ ਪਾਰਟੀ, ਅੱਛਾ ਜੀ। ਉਹਨਾਂ ਦਾ ਵੀ ਘਰ ਹੈ। ਠੀਕ ਹੈ ਜੀ, ਠੀਕ ਹੈ। ਕੋਈ ਨਹੀਂ, ਦੂਜੇ ਆਪਣੇ ਨਾਗਰੇ ਨੇ। ਅੱਛਾ, ਨਾਗਰੇ ਵੀ ਹੈਗੇ ਆ? ਨਾਗਰੇ ਵੀ ਹੈਗੇ ਨੇ। ਤੇ ਬਾਬਾ ਜੀ ਕਦੀ ਮੁੜ ਕੇ ਆਪਣਾ ਪਿੰਡ ਦੇਖਣ ਗਏ ਚੱਕ? ਨਾ, ਅਸੀਂ ਮੁੜ ਕੇ ਕਿੱਥੇ ਜਾਣਾ ਸੀ? ਅੱਛਾ। ਉਹਨਾਂ ਨੂੰ ਆਖਿਆ ਨਾ ਸਾਨੂੰ ਯਾਦ ਕਰਿਓ, ਨਾ ਅਸੀਂ ਤੁਹਾਨੂੰ ਬਰਾਂਗੇ। ਤੁਸੀਂ ਹੁਣ ਕੋਈ ਸੁਨੇਹਾ ਦੇ ਦਿਓ ਉਹਨਾਂ ਨੂੰ। ਉਹਨਾਂ ਨੂੰ ਸਾਡਾ ਸੁਣਾ ਇਹੋ ਹੀ ਹੈ ਭਈ ਆਪਣਾ ਕੰਮ ਕਰੋ, ਛਕੋ ਛਕਾਓ। ਵਾਹ, ਮਤਲਬ ਦੱਬ ਕੇ ਵਾਹੋ ਤੇ ਰੱਜ ਕੇ ਖਾਓ। ਖਾਓ। ਤੁਸੀਂ ਵੀ ਬਹੁਤ ਮਿਹਨਤ ਕੀਤੀ ਹੋਣੀ ਜ਼ਿੰਦਗੀ 'ਚ? ਜ਼ਿੰਦਗੀ 'ਚ ਮਿਹਨਤ ਕੀਤੀ ਹੈ ਤੇ ਬੱਚੇ 2 ਬਾਹਰ ਗਏ ਨੇ। ਵਾਹ ਜੀ ਵਾਹ। 2 ਬੱਚੇ ਜਿਹੜੇ ਨੇ ਉਹਨਾਂ ਵਿਚਾਰਿਆਂ ਮਿਹਨਤ ਕੀਤੀ ਹੈ, ਠੀਕ ਹੈ ਜੀ। ਘਰ ਬਣਾਇਆ। ਠੀਕ ਹੈ। ਤੇ ਜਿਹੜੇ ਫਰੀਦ ਹੋਣੀ ਸੀਗੇ, ਹਾਂ। ਫਰੀਦ ਬਾਠ ਹੋਣੀ, ਹਾਂ। ਜੋ ਜਿਉਂਦੇ ਹੋਏ, ਨਹੀਂ, ਉਹ ਤੇ ਮਰ ਗਿਆ। ਤੁਹਾਨੂੰ ਕਿਵੇਂ ਪਤਾ ਲੱਗਾ? ਉਹ ਇੱਦਾਂ ਉਮਰ ਬਾਬਾ ਸੀ। ਅੱਛਾ, ਉਮਰ ਬਾਬਾ ਸੀ। ਵਾਹ ਜੀ ਵਾਹ। ਉਹਨਾਂ ਦੀ ਔਲਾਦ ਹੋਊਗੀ। ਔਲਾਦ ਹੈ। ਚਲੋ ਬਜ਼ੁਰਗੋ, ਕੋਈ ਗੱਲ ਰਹਿ ਗਈ ਹੋਈ ਤਾਂ ਦੱਸੋ, ਉਸ ਇਲਾਕੇ ਦੀ, ਉਸ ਧਰਤੀ ਦੀ। ਇਲਾਕੇ ਦੀ ਗੱਲ ਤੇ ਹੋਈ ਹੈ ਭਈ ਇਸ ਗਵਰਨਮੈਂਟ ਨੇ ਖਿਆਲ ਬੜਾ ਮਾੜਾ ਕੀਤਾ। ਜ਼ਮੀਨਾਂ ਜਿਹੜੀਆਂ ਘੱਟ ਵਿਕੀਆਂ, ਉੱਥੇ ਲੋਕੀ ਹਰ ਆਦਮੀ ਆਪਣੀ ਮਿਹਨਤ ਕਰਦਾ ਸੀ। ਤੇ ਬਾਬਾ ਜੀ, ਜੇ ਤੁਹਾਨੂੰ ਮੌਕਾ ਮਿਲੇ ਹਾਂ, ਪਿੱਛੇ ਜਾਣ ਦਾ, ਉੱਥੇ ਰਹਿ ਲਓਗੇ ਜਾ ਕੇ? ਉੱਥੇ ਕੌਣ ਜਾਣ ਦਿੰਦਾ? ਠੀਕ ਹੈ। ਜਿਹੜਾ ਏਰੀਆ ਹੋਏ ਉਹ ਰਾਉਣ ਦਿੰਦਾ। ਬਜ਼ੁਰਗ ਇਮੈਜੀਨੇਸ਼ਨ ਵੀ ਨਹੀਂ ਕਰਨਾ ਚਾਹੁੰਦੇ ਜੀ। ਚਲੋ ਖੈਰ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ। ਤੁਹਾਡਾ ਧੰਨਵਾਦ, ਮਿਹਰਬਾਨੀ ਜੀ, ਸ਼ੁਕਰੀਆ ਬਾਬਾ ਜੀ।